हाँ जी रीट वालिओ सत श्री अकाल। किद्दां हो सारे? मैनूं उम्मीद आ कि तुसीं सारे अपनी अपनी तैयारी च जरूर रुझे होवोगे। सो आपां अज जिहड़ा टॉपिक है ना, आपां जिहड़ा करने कॉमन जे टॉपिक उन्हां दी आपां गल करिए ते ओह आपां पढ़ने आ जी साडे अर्थबोध दे विच। ਇਹ ਜਿਹੜੇ ਟੌਪਿਕ ਆ ਇਸ ਅਸੀਂ ਅਰਥਬੋਧ ਦੇ ਵਿੱਚ ਪੜ੍ਹਨੇ ਆ। ਜਿਵੇਂ ਕਿ ਵਿਆਕਰਣ ਦੇ ਕਹਿੰਦੇ ਵੀ 4 ਭਾਗ ਮੰਨੇ ਜਾਂਦੇ ਆ, ਉਹਨਾਂ ਦੇ ਵਿੱਚੋਂ ਇੱਕ ਹੈ ਜੀ ਅਰਥਬੋਧ। ਇਹ ਜਿਹੜਾ ਅਰਥਬੋਧ ਹੈ, ਦੇਖੋ ਵਿਆਕਰਣ ਇਹਦੀ ਵਿਆਖਿਆ ਨਹੀਂ ਕਰਦਾ ਅਰਥਬੋਧ ਦੀ, ਹੈ ਨਾ। ਜਿਵੇਂ ਆਪਾਂ ਬਾਰ-ਬਾਰ ਗੱਲ ਕੀਤੀ ਸੀ ਕਿ ਵਿਆਖਿਆ ਦੀ ਦ੍ਰਿਸ਼ਟੀ ਤੋਂ ਕੀ ਹੈ, ਵਿਆਕਰਣ ਮਤਲਬ ਤਿੰਨਾਂ ਹੀ ਭਾਗਾਂ ਦੀ, ਭਾਸ਼ਾ ਦੇ 3 ਹੀ ਭਾਗਾਂ ਦੀ ਵਿਆਖਿਆ ਕਰਦਾ ਹੈ, ਧੁਨੀ, ਸ਼ਬਦ ਅਤੇ ਵਾਕ ਦੀ। ਜੋ ਜਿਹੜਾ ਅਰਥਬੋਧ ਹੈ ਇਹ ਜਿਹੜਾ ਵਿਆਕਰਣ ਦੀ ਵਿਆਖਿਆ ਦੀ ਸ਼੍ਰੇਣੀ ਤੋਂ ਵਿਆਕਰਣ ਦੇ ਵਿੱਚ ਨਹੀਂ ਆਉਂਦਾ। ਵੈਸੇ ਵਿਆਕਰਣ ਦੇ 4 ਭਾਗ ਹੀ ਮੰਨੇ ਜਾਂਦੇ ਹਨ, 4 ਹੀ ਹੁੰਦੇ ਹਨ। ਸੋ ਅਰਥਬੋਧ ਦਾ ਮਤਲਬ ਕੀ ਹੈ ਕਿ ਅਰਥ ਦੀ ਦ੍ਰਿਸ਼ਟੀ ਤੋਂ, ਅਰਥ ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੇ ਆਪਸੀ ਸੰਬੰਧ, ਉਹਨਾਂ ਨੂੰ ਦਰਸਾਉਣਾ, ਉਹਨਾਂ ਦਾ ਗਿਆਨ ਪ੍ਰਾਪਤ ਕਰਨਾ, ਉਹਨੂੰ ਕਹਿੰਦੇ ਹਾਂ ਜੀ ਆਪਾਂ ਅਰਥਬੋਧ। ਸੋ ਇਹਦਾ ਮਤਲਬ ਹੈ ਕਿ ਅਰਥ ਦੀ ਦ੍ਰਿਸ਼ਟੀ ਤੋਂ, ਅਰਥ ਦੀ ਦ੍ਰਿਸ਼ਟੀ ਤੋਂ, ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵਿਆਖਿਆ, ਜਿਹਨੂੰ ਕਹਿ ਸਕਦੇ ਹਾਂ ਆਪਾਂ ਸ਼ਬਦਾਂ ਦੀ ਵਿਆਖਿਆ ਕਰਨੀ ਹੈ ਜੀ ਆਪਾਂ ਅਰਥ ਦੀ ਦ੍ਰਿਸ਼ਟੀ ਤੋਂ। ਮਤਲਬ ਕੀ ਹੈ ਕਿ ਕੋਈ ਤਾਂ ਸਕਾਰਾਤਮਕ ਰੂਪ ਦੇ ਵਿੱਚ ਸ਼ਬਦ ਹੈ, ਕੋਈ ਨਕਾਰਾਤਮਕ ਭਾਵ ਉਸ ਦੇ ਵਿਰੋਧ ਦੇ ਰੂਪ 'ਚ ਵਿਚਰਦਾ ਹੈ ਨਾ। ਦੂਸਰੇ ਸ਼ਬਦਾਂ ਦੇ ਵਿੱਚ ਬਹੁਤ ਸਾਰੇ ਸ਼ਬਦ ਹੁੰਦੇ ਹਨ ਜੋ ਆਪਣੇ ਆਪ ਦੇ ਵਿੱਚ ਇੱਕ ਸਮਾਨ ਅਰਥ ਰੱਖਦੇ ਹਨ। ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਜੀ ਇਹ ਸਾਡੇ ਪਰਿਆਇਵਾਚੀ ਨੇ, ਸਮਾਨ ਅਰਥਕ ਸ਼ਬਦ ਨੇ। ਉਸੇ ਤਰ੍ਹਾਂ ਨਾਲ ਜਿਵੇਂ ਆਪਾਂ ਵਿਰੋਧੀ ਸ਼ਬਦ ਆ ਸਾਡੇ ਸਮਾਨ ਅਰਥਕ ਸ਼ਬਦ ਹਨ, ਬਹੁ ਅਰਥਕ ਸ਼ਬਦ ਹਨ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹਨ। ਇਹ 4 ਹੈ, ਇਹ ਚਾਰੋਂ ਜਿਹੜੇ ਹਨ ਟੌਪਿਕ ਇਹ ਸਾਡੇ ਸਿਲੇਬਸ ਦੇ ਵਿੱਚ ਹਨ। ਇਹ ਆਪਾਂ ਅਰਥਬੋਧ ਦੇ ਵਿੱਚ ਪੜ੍ਹਨੇ ਆ। ਅਰਥ ਦੀ ਦ੍ਰਿਸ਼ਟੀ ਤੋਂ ਕੁਝ ਸ਼ਬਦਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਉਹਦੇ ਵਿੱਚ ਕੀ ਹੈ ਜੀ। ਸੋ ਅਰਥਬੋਧ ਦੇ ਆਧਾਰ 'ਤੇ ਕੀ ਹੈ ਜੀ, ਦੂਸਰੀ ਗੱਲ ਮੈਂ ਇਹਦੇ 'ਚ ਲਿਖਦਾ ਕੀ ਹੈ ਕਿ ਅਰਥ ਦੀ ਦ੍ਰਿਸ਼ਟੀ ਤੋਂ, ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ, ਸ਼ਬਦਾਂ ਦੀ ਕੀ ਵੰਡ ਕੀਤੀ ਗਈ ਹੈ, ਕਿੰਨੇ ਪ੍ਰਕਾਰ ਦੇ ਰੱਖੇ ਗਏ ਹਨ, ਕਿੰਨੇ ਤਰ੍ਹਾਂ ਦੇ ਸ਼ਬਦ ਹਨ। ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ ਕਿਹੜੀ ਕਿਹੜੀ ਹੈ, ਆਪਾਂ ਕਿਹੜੇ ਕਿਹੜੇ ਪੜ੍ਹਨੇ ਆ ਜੀ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜੀ ਵਿਰੋਧੀ ਸ਼ਬਦ। ਵਿਰੋਧੀ ਸ਼ਬਦ ਜਾਂ ਜਿਹਨੂੰ ਕਹਿ ਦਿੰਦੇ ਆਪਾਂ ਵਿਰੋਧਾਤਮਕ ਸ਼ਬਦ, ਇਹ ਵੀ ਇਹਦਾ ਇੱਕ ਨਾਮ ਪ੍ਰਚਲਨ ਦੇ ਵਿੱਚ ਹੈ ਜੀ, ਵਿਰੋਧਾਤਮਕ ਸ਼ਬਦ। ਇੱਕ ਹੋਰ ਵੀ ਹੈ ਜੀ, ਤੁਸੀਂ ਦੇਖਿਆ ਹੋਣਾ, ਜਿਹਦਾ ਨਾਮ ਹੈ ਉਲਟ ਭਾਵੀ ਸ਼ਬਦ। ਉਲਟ ਭਾਵੀ ਸ਼ਬਦ, ਉਲਟ ਭਾਵੀ ਸ਼ਬਦ ਮਤਲਬ ਜਿਹਦਾ ਭਾਵ ਉਲਟਾ ਹੋਵੇ, ਵਿਰੋਧ ਦੇ ਵਿੱਚ ਹੋਵੇ, ਹੈ ਨਾ। ਵਿਰੋਧੀ ਸ਼ਬਦ ਜਾਂ ਵਿਰੋਧਾਤਮਕ ਸ਼ਬਦ ਜਾਂ ਉਲਟ ਭਾਵੀ ਸ਼ਬਦ, ਇਹ ਇੱਕ ਤਰ੍ਹਾਂ ਦੀ ਵੰਡ ਹੋ ਗਈ। ਫਿਰ ਆਪਾਂ ਕੀ ਪੜ੍ਹਨਾ ਜੀ ਨਾਲ, ਦੂਜੇ ਤਰ੍ਹਾਂ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਸਮਾਨਾਰਥਕ ਸ਼ਬਦ। ਕੁਝ ਸ਼ਬਦ ਅਜਿਹੇ ਹੁੰਦੇ ਹਨ ਜੋ ਇੱਕ ਦੂਜੇ ਦੇ ਸਮਾਨ ਅਰਥ ਰੱਖਦੇ ਹਨ, ਹੈ ਨਾ। ਉਸਤਤ, ਵਡਿਆਈ, ਸ਼ਲਾਘਾ, ਇਹ ਉਸਤਤ ਸ਼ਬਦ ਦੇ ਸਮਾਨਾਰਥੀ ਸ਼ਬਦ ਨੇ, ਹੈ ਨਾ। ਪ੍ਰਸ਼ੰਸਾ, ਸੋ ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ ਜੀ ਇਹ ਸਾਡੇ ਸਮਾਨਾਰਥੀ ਸ਼ਬਦ ਨੇ। ਹੁਣ ਤੀਸਰੀ ਹੈ ਜੀ, ਤੀਸਰੀ ਆਪਾਂ ਕਿਹੜੀ ਸ਼੍ਰੇਣੀ ਹੈ ਜੀ, ਬਹੁ ਅਰਥਕ ਸ਼ਬਦ। ਬਹੁ ਅਰਥਕ ਸ਼ਬਦ, ਬਹੁ ਅਰਥਕ ਸ਼ਬਦ ਕੀ ਹੈ ਕਿ ਜਦੋਂ ਕੋਈ ਇੱਕ ਸ਼ਬਦ ਦੇ ਇੱਕ ਤੋਂ ਵੱਧ ਅਰਥ ਨਿਕਲਦੇ ਹੋਣ, ਉਦੋਂ ਇਹ ਆਪਾਂ ਕਹਿ ਦਿੰਦੇ ਹਾਂ ਜੀ ਇਹ ਸਾਡੇ ਨੇ ਬਹੁ ਅਰਥਕ ਸ਼ਬਦ। ਭਾਵ ਇੱਕ ਸ਼ਬਦ ਦੇ ਵੱਧ ਅਰਥ ਨਿਕਲਣ, ਵੱਧ ਜਾਂ ਵਧੇਰੇ ਅਰਥ ਨਿਕਲਣ ਤਾਂ ਆਪਾਂ ਵਰਤਦੇ ਹਾਂ ਜੀ ਇਹ ਕੀ ਹੈ ਸਾਡੀ ਸ਼੍ਰੇਣੀ ਇਹਨਾਂ ਦੀ ਬਹੁ ਅਰਥਕ ਸ਼ਬਦ ਹੈ। ਇੱਕ ਹੋਰ ਹੈ ਜੀ ਸਾਡੀ, ਜਿਹਦਾ ਨਾਮ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਹਾਂਜੀ।
ਇਹਦੀ ਵੀ ਆਪਾਂ ਗੱਲ ਕਰਾਂਗੇ ਜੀ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਿਹੜਾ ਦਿਲ ਖੋਲ੍ਹ ਕੇ ਦਾਨ ਕਰੇ, ਆਪਾਂ ਉਹਨੂੰ ਕਹਿ ਦਿੰਦੇ ਹਾਂ ਜੀ ਇਹਦਾ ਇਹ ਹੈ ਉਦਾਰ ਚਿੱਤ। ਜੋ ਦਿਲ ਖੋਲ੍ਹ ਕੇ ਦਾਨ ਕਰੇ, ਜੋ ਰੱਬ 'ਤੇ ਵਿਸ਼ਵਾਸ ਰੱਖੇ ਜੀ ਆਸਤਕ, ਜੋ ਰੱਬ 'ਤੇ ਨਹੀਂ ਵਿਸ਼ਵਾਸ ਕਰਦਾ ਜੀ ਨਾਸਤਕ, ਜਿਹੜਾ ਕਿਸੇ ਦੀ ਕੀਤੀ ਨੂੰ ਨਹੀਂ ਜਾਣਦਾ। ਮੰਨ ਲਓ ਕਿਸੇ ਦਾ ਆਪਾਂ ਕਿਸੇ 'ਤੇ ਉਪਕਾਰ ਕੀਤਾ, ਉਹ ਨਾ ਜਾਣੇ, ਆਪਾਂ ਉਹਨੂੰ ਕਹਿ ਦਿੰਦੇ ਹਾਂ ਇਹ ਹੈ ਜੀ ਅਕਿਰਤ ਕਣ। ਜੇ ਮੰਨ ਲਓ ਕਿਸੇ ਦੀ ਕੀਤੀ ਨੂੰ ਜਾਣਦਾ, ਮੰਨ ਲਓ ਕਿ ਉਹਦਾ ਕੀ ਜੀ ਮੇਰੇ 'ਤੇ ਫਲਾਣੇ ਨੇ ਬੜਾ ਉਪਕਾਰ ਕੀਤਾ, ਜੋ ਕਿਸੇ ਦੀ ਕੀਤੀ ਨੂੰ ਜਾਣੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿਰਤੱਗ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਸ਼ਬਦ ਨੇ, ਇਹਨਾਂ ਦੇ ਵਿੱਚੋਂ ਤੁਸੀਂ ਦੇਖ ਲਿਓ, ਪੁਰਾਣੇ ਪੇਪਰ ਚੱਕ ਕੇ ਪ੍ਰਸ਼ਨ ਇਹਦੇ 'ਚੋਂ ਵੀ ਮਿਲ ਜੂਗਾ, ਇਹਦੇ 'ਚੋਂ ਵੀ, ਇਹਦੇ 'ਚੋਂ ਵੀ, ਇਹਦੇ 'ਚੋਂ ਵੀ। ਬਹੁਤ ਇੰਪੋਰਟੈਂਟ ਨੇ। ਇਹਨਾਂ ਦਾ ਫਾਇਦਾ ਕੀ ਹੈ? ਅੱਛਾ ਹੁਣ ਦੇਖੋ ਜੀ, ਤੁਸੀਂ ਬਣਨ ਜਾ ਰਹੇ ਹੋ ਅਧਿਆਪਕ, ਸਿੱਧੀ ਜੀ ਗੱਲ ਹੈ। ਅਧਿਆਪਕ ਬਣਨ ਜਾ ਰਹੇ ਹੋ, ਤੁਹਾਡੇ ਕੋਲੇ ਕੀ ਹੋਣਾ ਚਾਹੀਦਾ? ਸਭ ਤੋਂ ਪਹਿਲਾ ਹਥਿਆਰ ਹੁੰਦਾ ਅਧਿਆਪਕ ਕੋਲੇ ਸ਼ਬਦਾਂ ਦਾ ਭੰਡਾਰ। ਸ਼ਬਦ ਭੰਡਾਰ ਦੇ ਵਿੱਚ ਜਿੰਨਾ ਅਧਿਆਪਕ ਦਾ ਵਿਕਾਸ ਹੋਵੇਗਾ, ਜਿੰਨਾ ਸ਼ਬਦ ਭੰਡਾਰ ਹੋਵੇਗਾ ਅਧਿਆਪਕ ਕੋਲੇ, ਉਹ ਅਧਿਆਪਕ ਓਨਾ ਹੀ ਸਫਲ ਹੋਵੇਗਾ। ਇਸ ਕਰਕੇ ਪਹਿਲੀ ਸ਼ਰਤ ਹੈ ਸਫਲ ਅਧਿਆਪਕ ਦੀ ਸ਼ਬਦਾਂ ਦਾ ਭੰਡਾਰ। ਜਿੰਨਾ ਸ਼ਬਦਾਂ ਦਾ ਭੰਡਾਰ ਹੈ ਤੁਹਾਡੇ ਕੋਲੇ, ਤੁਸੀਂ ਗੱਲ ਨਹੀਂ ਟੁੱਟਣ ਦਿਓਗੇ। ਇਸ ਕਰਕੇ ਕੀ ਹੈ, ਗੱਲਾਂ ਦੀ ਲੜੀ, ਗੱਲਾਂ ਨੂੰ ਇੱਕ ਲੜੀਵਾਰ ਕਰਨ ਵਾਸਤੇ ਆਪਾਂ ਕੀ ਹੈ, ਸਾਡੇ ਕੋਲੇ ਕੀ ਹੋਣਾ ਚਾਹੀਦਾ ਹੈ ਜੀ? ਸ਼ਬਦਾਂ ਦਾ ਭੰਡਾਰ। ਬਹੁਤ ਸਾਰੇ ਸ਼ਬਦ ਹੋਣੇ ਚਾਹੀਦੇ ਆ। ਸ਼ਬਦਾਂ ਦਾ ਭੰਡਾਰ ਇਕੱਠਾ ਕਰਨ ਵਾਸਤੇ ਦੇਖੋ, ਵਿਰੋਧੀ ਸ਼ਬਦ ਜਾਂ ਵਿਰੋਧਾਤਮਕ, ਫਿਰ ਸਮਾਨਾਰਥੀ ਸ਼ਬਦ, ਫਿਰ ਬਹੁ ਅਰਥਕ, ਭਾਵ ਇੱਕ ਸ਼ਬਦ ਦੇ ਵੱਧ ਜਾਂ ਵਧੇਰੇ ਅਰਥ ਨਿਕਲਣ। ਇੱਕ ਹੋਰ ਹੈ ਜੀ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਅੱਛਾ ਇਹ ਵੀ ਆਪਣੇ ਭੰਡਾਰ, ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਦੇ ਆ ਜੀ ਇਹ ਸ਼ਬਦ। ਬਿਲਕੁਲ ਸਹੀ ਗੱਲ ਹੈ ਜੀ। ਇਹਨਾਂ ਦੀ ਅਰਥ ਦੀ ਦ੍ਰਿਸ਼ਟੀ ਤੋਂ ਵਿਆਖਿਆ ਕੀਤੀ ਜਾਂਦੀ ਹੈ, ਉਹਨੂੰ ਕਹਿ ਦਿੰਦੇ ਆ ਅਰਥਬੋਧ। ਪਹਿਲਾਂ ਤਾਂ ਐਵੇਂ ਧਿਆਨ ਰੱਖਿਓ, ਜਦੋਂ ਪੁੱਛੇ ਮੰਨ ਲਓ ਪ੍ਰਸ਼ਨ ਪੁੱਛਿਆ ਜਾਵੇ ਕਿ ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵਿਆਖਿਆ ਕਰਨਾ ਕੀ ਹੈ, ਥੱਲੇ ਲਿਖਿਆ ਹੋਵੇਗਾ ਸ਼ਬਦਬੋਧ, ਵਾਕਬੋਧ, ਅਰਥਬੋਧ, ਜਾਂ ਤਿੰਨੋਂ ਹੀ ਜਾਂ ਕੋਈ ਨਹੀਂ, ਮਰਜ਼ੀ ਨਾਲ ਜਿਵੇਂ ਆਪਸ਼ਨ ਦਿੱਤੇ ਹੋਣ ਤਾਂ ਤੁਸੀਂ ਕਿਹੋ ਜੀ ਅਰਥਬੋਧ ਹੈ। ਦੂਸਰੀ ਗੱਲ ਕੀ ਹੈ, ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ, ਮਤਲਬ ਕਿ ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦ ਹਨ। ਸੋ ਉਹਦੇ ਵਿੱਚ ਕੀ ਹੈ, ਇੱਕ ਵਿਰੋਧੀ ਲਿਖ ਦੇ, ਇੱਕ ਸਮਾਨਾਰਥਕ, ਇੱਕ ਬਹੁ ਅਰਥਕ, ਅਤੇ ਚੌਥਾ ਆਪਸ਼ਨ ਕੋਈ ਹੋਰ ਪਾ ਦੇ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਗੱਲ। ਜਿਹੜਾ ਸਾਡਾ ਵਿਰੋਧੀ ਸ਼ਬਦ ਹੈ ਉਹਦਾ ਦੂਸਰਾ ਨਾਮ ਵਿਰੋਧਾਤਮਕ ਵੀ ਹੈ, ਉਲਟ ਭਾਵੀ ਸ਼ਬਦ ਵੀ ਕਿਹਾ ਜਾਂਦਾ। ਜਿਹੜੇ ਸਾਡੇ ਓਪੋਜਿਟ ਨੇ, ਸਮਾਨਾਰਥਕ, ਬਹੁ ਅਰਥਕ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਦੇਖੋ ਅਧਿਆਪਕ ਕੋਲੇ ਨਿਰਾ ਸ਼ਬਦਾਂ ਦਾ ਭੰਡਾਰ ਹੋਣਾ ਜ਼ਰੂਰੀ ਨਹੀਂ ਹੈ, ਨਾਲ ਨਾਲ ਆਪਣੀ ਗੱਲ ਨੂੰ ਸੰਖੇਪ ਰੂਪ ਦੇ ਵਿੱਚ ਕਹਿ ਦੇਣਾ, ਸੰਕਸ਼ਿਪਤ ਰੂਪ ਵਿੱਚ। ਉਹਦੇ ਵਾਸਤੇ ਕੀ ਚਾਹੀਦਾ? ਉਹਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਇਹਦੇ ਨਾਲ ਕੀ ਹੋਵੇਗਾ ਕਿ ਜਿਹੜੀ ਅਧਿਆਪਕ ਦੀ ਭਾਸ਼ਾ ਹੈ, ਅਧਿਆਪਕ ਦਾ ਜਿਹੜਾ ਬੋਲਣ ਦਾ ਤਰੀਕਾ ਹੈ, ਉਹਦੇ ਵਿੱਚ ਪ੍ਰਭਾਵਸ਼ੀਲਤਾ ਆਵੇਗੀ। ਇੱਕ ਤਾਂ ਅਧਿਆਪਕ ਦਾ ਜਿਹੜਾ ਬੋਲਣ ਦਾ ਤਰੀਕਾ ਹੋਵੇਗਾ, ਭਾਵ ਮਤਲਬ ਕੀ ਹੈ, ਜੋ ਇੱਕ ਵਕਤਾ ਹੋਵੇਗਾ। ਅਧਿਆਪਕ ਇੱਕ ਵਕਤਾ ਹੁੰਦਾ ਹੈ। ਅਧਿਆਪਕ ਨੇ ਜੇਕਰ ਇੱਕ ਚੰਗਾ ਵਕਤਾ ਬੋਲਣਾ ਹੈ, ਇੱਕ ਚੰਗਾ ਵਕਤਾ ਬਣਨਾ ਹੈ ਮੰਨ ਲਓ, ਤਾਂ ਉਹਦੇ ਨਾਲ ਕੀ ਹੋਵੇਗਾ, ਉਹਦੇ ਕੋਲ ਬਹੁਤ ਸਾਰੇ ਵਿਰੋਧੀ ਸ਼ਬਦ, ਬਹੁਤ ਸਾਰੇ ਸਮਾਨਾਰਥਕ, ਬਹੁਤ ਸਾਰੇ ਬਹੁ ਅਰਥਕ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਕਹਿ ਜਾਣਾ, ਉਹਦੇ ਵਾਸਤੇ ਕੀ ਹੋਵੇਗਾ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦਾਂ ਦਾ ਇਸਤੇਮਾਲ ਜਦੋਂ ਕੀਤਾ ਜਾਵੇਗਾ ਤਾਂ ਉਦੋਂ ਕੀ ਹੋਵੇਗਾ ਕਿ ਇੱਕ ਵਕਤੇ ਦਾ ਜਿਹੜਾ ਭਾਸ਼ਣ ਹੈ ਉਹ ਪ੍ਰਭਾਵਸ਼ਾਲੀ ਮੰਨਿਆ ਜਾਵੇਗਾ। ਸੋ ਇਹ ਆਪਾਂ ਚਾਰ ਚੀਜ਼ਾਂ ਦੀ ਅੱਜ ਚਰਚਾ ਕਰਨੀ ਹੈ। ਥੋੜ੍ਹੇ ਥੋੜ੍ਹੇ ਇਹਨਾਂ ਦੇ ਰੂਲਸ ਦੇਖਣੇ ਨੇ ਕਿ ਇਹਨਾਂ ਨੂੰ ਬਣਾਉਣ ਦੇ ਰੂਲਸ ਕੀ ਨੇ, ਇਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ ਜੀ। ਸਾਡੇ ਕੰਮ ਦੇ ਹੈ ਜੀ ਕੁਝ ਵਿਰੋਧੀ ਸ਼ਬਦ, ਇਹਨਾਂ ਨੂੰ ਦੇਖਦੇ ਹਾਂ ਜੀ। ਵਿਰੋਧੀ ਸ਼ਬਦ ਅਤੇ ਇਹਨਾਂ ਦਾ ਮਤਲਬ ਤਰੀਕਾ ਕੀ ਹੈ, ਸੈਂਸ ਕੀ ਹੁੰਦਾ ਵਿਰੋਧੀ ਸ਼ਬਦ ਦਾ, ਇਹ ਵੀ ਆਪਾਂ ਗੱਲ ਕਰਾਂਗੇ ਨਾਲ ਨਾਲ। ਸੋ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਨਾ ਨੋਟ ਲਾ ਕੇ ਮੈਂ ਇੱਕ ਗੱਲ ਲਿਖੀ ਹੈ ਕਿ ਸ਼ਬਦ ਦਾ ਅਰਥ ਦੱਸਣ ਲਈ ਤੁਲਨਾਤਮਕ ਵਿਧੀ ਦੀ ਵਰਤੋਂ ਕਰਨੀ, ਉਹਨੂੰ ਸਾਡੇ ਆਪਾਂ ਵਿਰੋਧੀ ਸ਼ਬਦਾਂ ਦੀ ਗਿਣਤੀ 'ਚ ਗਿਣਦੇ ਹਾਂ, ਹੈ ਨਾ। ਜਿਵੇਂ ਮੰਨ ਲਓ ਕਿ ਤੁਹਾਨੂੰ ਕੋਈ ਪੁੱਛ ਲੇ ਕਿ ਸੁਸਤ ਕੀ ਹੈ, ਵੀ ਸੁਸਤ ਕੀ ਹੈ ਜੀ, ਸੁਸਤ ਕੌਣ ਹੈ, ਸੁਸਤ ਸ਼ਬਦ ਕੀ ਹੈ। ਤੁਸੀਂ ਆਖੋ ਜੀ ਜਿਹੜਾ ਚੁਸਤ ਨਹੀਂ ਗਾ ਉਹ ਸੁਸਤ ਹੈ ਨਾ, ਮਤਲਬ ਕਿ ਚੁਸਤ ਨਹੀਂ। ਸੋ ਸੁਸਤ ਦੇ ਬਦਲੇ ਦੇ ਵਿੱਚ ਜੋ ਚੁਸਤ ਨਾ ਹੋਵੇ, ਉਹਦੇ ਵਿੱਚ ਕੀ ਹੈ ਕਿ ਇਹਨੂੰ ਕਿਹਾ ਜਾਂਦਾ ਹੈ ਸ਼ਬਦਾਂ ਦਾ ਅਰਥ ਦੱਸਣ ਲਈ ਤੁਲਨਾ ਕਰਨੀ, ਦੋ ਸ਼ਬਦਾਂ ਦੀ, ਦੋ ਵਿਰੋਧੀ ਸ਼ਬਦਾਂ ਦੀ ਤੁਲਨਾ ਕਰਕੇ ਦੱਸਣਾ। ਤੁਸੀਂ ਕਹੋ ਜੀ ਇਮਾਨਦਾਰ ਕੀ ਹੁੰਦਾ ਹੈ ਨਾ, ਅਤੇ ਮੈਂ ਉਹਦੇ ਵਿੱਚ ਕਹਾਂ ਕਿ ਜਿਹੜਾ ਬੰਦਾ ਮਤਲਬ ਕੀ ਹੈ ਰਿਸ਼ਵਤਖੋਰ ਨਾ ਹੋਵੇ, ਆਪਾਂ ਉਹਨੂੰ ਕਹਿ ਦਿੰਦੇ ਇਮਾਨਦਾਰ ਨਹੀਂ। ਇਸ ਆਧਾਰ 'ਤੇ ਇਹਨੂੰ ਕਿਹਾ ਜਾਂਦਾ ਤੁਲਨਾਤਮਕ ਵਿਧੀ। ਸੋ ਇਹ ਤੁਲਨਾਤਮਕ ਵਿਧੀ ਹੈ ਇੱਕ ਤਰ੍ਹਾਂ ਦੀ। ਜਿਹੜੇ ਸਾਡੇ ਵਿਰੋਧੀ ਸ਼ਬਦ ਹੁੰਦੇ ਆ ਨਾ,
ਉਹ ਤੁਲਨਾਤਮਕ ਵਿਧੀ ਦੇ ਆਧਾਰਿਤ ਹੁੰਦੇ ਹਨ, ਹੈ ਨਾ। ਸੋ ਦੇਖਦੇ ਹਾਂ ਜੀ ਕੀ ਹੈ। ਸਭ ਤੋਂ ਪਹਿਲਾਂ ਦੇਖੋ, ਉੱਗਾ ਜਾਂ ਪ੍ਰਗਟ ਦੋ ਸਮਾਨਾਰਥੀ ਸ਼ਬਦ ਨੇ। ਜੇ ਤਾਂ ਉੱਗਾ ਲਿਖਿਆ ਹੋਵੇ ਤਾਂ ਤੁਸੀਂ ਬਣਾਇਓ ਜੀ ਗੁੱਜਾ। ਮਤਲਬ ਕੀ ਹੁੰਦਾ? ਉੱਗਾ ਮਤਲਬ ਪ੍ਰਗਟ ਹੋਇਆ ਵਾ, ਸਾਹਮਣੇ ਹੋਵੇ ਜਿਹੜਾ, ਉਹਨੂੰ ਕਹਿ ਦਿੰਦੇ ਉੱਗਾ। ਉਹ ਇੱਕ ਉੱਗਾ ਖਿਡਾਰੀ ਹੈ। ਮਤਲਬ ਕੀ ਹੈ ਕਿ ਉਹ ਮਤਲਬ ਕੀ ਆ? ਉੱਗਾ ਮਤਲਬ ਲੋਕਾਂ ਦੇ ਸਾਹਮਣੇ ਆਇਆ ਹੋਇਆ, ਜਿਹਦਾ ਨਾਮ ਉੱਗਾ, ਅਤੇ ਉਹਦਾ ਬਣਿਆ ਗਿਆ ਗੁੱਜਾ ਭਾਵ ਲੁਕਿਆ ਹੋਇਆ। ਉੱਗਾ ਭਾਵ ਸਾਹਮਣੇ ਅਤੇ ਗੁੱਜਾ ਭਾਵ ਲੁਕਿਆ ਹੋਇਆ, ਹੈ ਨਾ, ਹਿਡਨ। ਸੋ ਪ੍ਰਗਟ ਦਾ ਬਣਾਉਣਾ ਤੁਸੀਂ ਗੁਪਤ। ਉੱਗਾ ਅਤੇ ਪ੍ਰਗਟ ਦੋਵੇਂ ਸਮਾਨਾਰਥੀ ਨੇ ਨਾ, ਸਮਾਨ ਅਰਥ ਨੇ, ਅਤੇ ਗੁੱਜਾ ਅਤੇ ਗੁਪਤ ਦੋਵੇਂ ਸਮਾਨਾਰਥੀ ਨੇ। ਪਰ ਜੇ ਉੱਗਾ ਦਾ ਪੁੱਛ ਲਿਆ ਤਾਂ ਫਿਰ ਬਣਾਇਓ ਜੀ ਗੁੱਜਾ, ਜੇ ਪ੍ਰਗਟ ਦਾ ਪੁੱਛੇ ਤਾਂ ਬਣਾਇਓ ਜੀ ਗੁਪਤ। ਹੈ ਹਾਲਾਂਕਿ ਕੋਈ ਦਿੱਕਤ ਨਹੀਂ ਹੈ। ਉੱਗਾ ਦੇ ਕੇ ਅਤੇ ਉਹ ਮੰਨ ਲਓ ਆਹ ਆਪਸ਼ਨ ਨਾ ਪਾ ਕੇ ਆਹ ਪਾ ਦੇ। ਮੰਨ ਲਓ ਉਹਨੇ ਉੱਗਾ ਦਾ ਪੁੱਛਿਆ ਵਿਰੋਧੀ ਸ਼ਬਦ, ਅਤੇ ਪੁੱਛ ਲੈ ਵੀ ਉਹਦੇ ਵਿੱਚ ਗੁੱਜਾ ਨਾ ਲਿਖੇ ਇੱਕ ਆਪਸ਼ਨ 'ਚ, ਇੱਕ ਆਪਸ਼ਨ ਗੁਪਤ ਪਾ ਦੇਵੇ ਇਕੱਲਾ, ਬਾਕੀ ਕੋਈ ਹੋਰ 3 ਪਾ ਦੇਵੇ ਆਪਸ਼ਨ। ਸੋ ਉਹਦੇ ਵਿੱਚ ਤੁਸੀਂ ਗੁਪਤ ਸਹੀ ਕਰ ਦਿਓ। ਪਰ ਪ੍ਰਾਇਓਰਿਟੀ ਕੀ ਆ? ਉੱਗਾ, ਗੁੱਜਾ, ਪ੍ਰਗਟ, ਗੁਪਤ। ਇਹ ਸੈਂਸ ਹੁੰਦਾ, ਇੱਕ ਸੈਂਸ 'ਤੇ ਚੱਲਣਾ ਆਪਾਂ। ਜਿਵੇਂ ਉਜਾੜ, ਵਸੋਂ ਜਾਂ ਰੌਣਕ। ਉਜਾੜ ਜਿੱਥੇ ਕੋਈ ਨਾ ਰਹਿੰਦਾ ਹੋਵੇ, ਵਸੋਂ ਭਾਵ ਜਿੱਥੇ ਲੋਕ ਵਸਦੇ ਹੋਣ, ਜਿੱਥੇ ਰੌਣਕ ਹੋਵੇ। ਵਸੋਂ ਜਾਂ ਰੌਣਕ ਦੋਵਾਂ ਦੇ ਵਿੱਚੋਂ ਕੋਈ ਵੀ ਸਮਾਨਾਰਥੀ ਨੇ ਦੋਨੋਂ। ਆ ਜਿਹੜੇ ਪਤਾ ਹੀ ਹੈ ਵੀ ਆਪਾਂ ਵਿੱਚ ਲਾ ਕੇ ਲਿਖਦੇ ਹਾਂ, ਇਹ ਸਮਾਨਾਰਥੀ ਸ਼ਬਦਾਂ ਵਾਸਤੇ ਲਿਖਿਆ ਜਾਂਦਾ। ਉਦਮੀ, ਉਦਮੀ ਦਾ ਸਾਡਾ ਵਿਰੋਧੀ ਹੈ ਆਲਸੀ ਜਾਂ ਦਰਿਦਰੀ। ਉਸ ਤੋਂ ਬਾਅਦ ਓਪਰਾ ਭਾਵ ਜਾਣੂ। ਓਪਰਾ ਮਤਲਬ ਕੀ ਹੈ? ਜਿਹਨੂੰ ਆਪਾਂ ਨਹੀਂ ਜਾਣਦੇ ਹੋਈਏ, ਅਤੇ ਜਾਣੂ ਜਿਹਨੂੰ ਜਾਣਦੇ ਹੋਈਏ। ਉਦਮੀ ਮਤਲਬ ਕੰਮ ਕਰਨ ਵਾਲਾ, ਆਲਸੀ ਜਿਹੜਾ ਪਿਆਰ ਰਵੇ, ਕੋਈ ਕੰਮ ਨਾ ਕਰੇ, ਜਾਂ ਦਰਿਦਰੀ। ਪਰਾਇਆ ਆਪਣਾ ਹੋਵੇਗਾ। ਇੱਥੇ ਨਾ ਓਪਰਾ ਨੂੰ ਆਪਣਾ ਨਾ ਕਰਿਓ, ਐਵੇਂ ਨਾ ਕਰਿਓ। ਆ ਦੇਖੋ, ਓਪਰਾ ਦਾ ਵਿਰੋਧੀ ਹੈ ਜਿਹੜਾ ਪੰਜਾਬੀ ਦੇ ਵਿੱਚ ਜਾਣੂ ਬਣਦਾ ਹੈ ਨਾ। ਓਪਰੇ ਦਾ ਮਤਲਬ ਤਾਂ ਪਰਾਇਆ ਹੀ ਹੁੰਦਾ ਹੈ ਨਾ, ਵੀ ਓਪਰਾ ਜਾਂ ਪਰਾਇਆ। ਪਰ ਪਰਾਏ ਵਾਸਤੇ ਜਿਹੜਾ ਸਾਡਾ ਵਧੇਰੇ ਵਿਰੋਧੀ ਸ਼ਬਦ ਹੈ, ਜਿਹੜਾ ਵਧੇਰੇ ਢੁੱਕਵਾਂ, ਜਿਹੜਾ ਇਹਦੇ ਵਧੀਆ ਤਾਲ 'ਚ ਬੈਠਦਾ, ਉਹ ਹੈਗਾ ਆਪਣਾ। ਪਰਾਏ ਦਾ ਆਪਣਾ, ਓਪਰੇ ਦਾ ਜਾਣੂ। ਊਤ ਜਾਂ ਮੂਰਖ, ਉਹਦਾ ਹੁੰਦਾ ਅਕਲਮੰਦ। ਜੇ ਅਜੇ ਵੀ ਬੁੱਧੀਮਾਨ, ਫਿਰ ਕਹਿ ਰਹੇ ਬੁੱਧੀਹੀਨ, ਇਸ ਤਰ੍ਹਾਂ। ਹਾਲਾਂਕਿ ਕੋਈ ਦਿੱਕਤ ਨਹੀਂ, ਆਪਾਂ ਨੂੰ ਪਤਾ ਵੀ ਅਕਲਮੰਦ ਅਤੇ ਬੁੱਧੀਮਾਨ ਦੋਨੋਂ ਸਮਾਨਾਰਥੀ ਨੇ। ਪਰ ਪ੍ਰਸ਼ਨ ਜਿਵੇਂ ਕਿ ਮੈਂ ਤੁਹਾਨੂੰ ਇੱਥੇ ਦੱਸ ਚੁੱਕਿਆ, ਉਸ ਤਰੀਕੇ ਨਾਲ ਵੀ ਪੁੱਛ ਸਕਦਾ ਹੈ ਨਾ। ਊਤ ਦਾ ਮੰਨ ਲਓ ਪੁੱਛਣਾ ਹੋਵੇ ਅਤੇ ਬੁੱਧੀਮਾਨ ਲਿਖ ਦੇਵੇ ਆਪਸ਼ਨ ਦੇ ਵਿੱਚ, ਤਾਂ ਬੁੱਧੀਮਾਨ ਸਹੀ ਹੋ ਜਾਵੇਗਾ, ਆਹ ਨਾ ਲਿਖਿਆ ਹੋਵੇ। ਪਰ ਬੁੱਧੀਮਾਨ ਦਾ ਕੀ ਆ? ਵਧੇਰੇ ਢੁੱਕਵਾਂ। ਬੁੱਧੀਮਾਨ ਦਾ ਬੁੱਧੀਹੀਨ। ਔਂਤਰਾ ਦਾ ਸੌਂਤਰਾ। ਔਂਤਰਾ ਹੁੰਦਾ ਜਿਸ ਆਦਮੀ ਦੀ ਕੋਈ ਔਲਾਦ ਨਾ ਹੋਵੇ, ਔਂਤਰਾ। ਅਤੇ ਸੌਂਤਰਾ ਜਿਸ ਦੀ ਕੋਈ ਔਲਾਦ ਹੋਵੇ। ਅੰਨਾ ਸੁਜਾਖਾ। ਅੰਨਾ ਮਤਲਬ ਜਿਹਨੂੰ ਅੱਖਾਂ ਤੋਂ ਨਾ ਦੀਂਦਾ ਹੋਵੇ, ਅਤੇ ਸੁਜਾਖਾ ਜਿਹਦੀਆਂ ਦੋਨੋਂ ਅੱਖਾਂ ਵਰਕ ਕਰਦੀਆਂ ਹੋਣ, ਕੰਮ ਕਰਦੀਆਂ ਹੋਣ। ਪੱਕੇ ਨੂੰ ਕਿਹਾ ਜਾਂਦਾ ਅੱਲਾ ਜਾਂ ਕੱਚਾ। ਅੱਲਾ ਸ਼ਬਦ ਵੀ ਹੈ, ਅੱਲਾ ਸ਼ਬਦ ਨਹੀਂ ਹੈ। ਅੱਲਾ ਤਾਂ ਹੁੰਦਾ ਗੋਡ, ਪਰਮਾਤਮਾ, ਵਾਹਿਗੁਰੂ, ਉਹਨੂੰ ਆਪਾਂ ਕਹਿ ਦਿੰਦੇ ਅੱਲਾ। ਪਰ ਇੱਥੇ ਆ ਅੱਲਾ। ਇੱਕ ਵਾਰੀ ਨਾ ਬੁੱਲੇ ਸ਼ਾਹ ਦਾ ਗੁਰੂ, ਬੁੱਲੇ ਸ਼ਾਹ ਨੇ ਨਾ, ਬੁੱਲੇ ਸ਼ਾਹ ਐਂ ਕਹਿਣ ਲੱਗ ਗਿਆ, ਮੈਂ ਅੱਲਾ ਹਾਂ, ਮੈਂ ਅੱਲਾ ਹਾਂ, ਅੱਲਾ ਹਾਂ। ਲੋਕ ਫੜ ਕੇ ਉਹਦੇ ਗੁਰੂ ਕੋਲੇ ਲੈ ਗਏ ਵੀ ਆਹ ਕੀ ਕਰੀ ਜਾਂਦਾ? ਇਹ ਤਾਂ ਕਹੀ ਜਾਂਦਾ ਮੈਂ ਅੱਲਾ, ਵੀ ਮੈਂ ਅੱਲਾ, ਵੀ ਮੈਂ ਰੱਬ ਹਾਂ। ਅਤੇ ਅੱਗੋਂ ਉਹਦਾ ਗੁਰੂ ਕਹਿੰਦਾ ਵੀ ਨਹੀਂ, ਇਹ ਸਹੀ ਕਹਿੰਦਾ ਹੈ ਵੀ ਮੈਂ ਅੱਲਾ ਆ, ਮਤਲਬ ਮੈਂ ਕੱਚਾ ਅਜੇ। ਸੋ ਅੱਲਾ ਦਾ ਮਤਲਬ ਕੱਚਾ। ਸਕਾ ਮਤਰੇਆ, ਪਤਾ ਹੀ ਹੈ ਨਾ। ਸਕੀ ਜੇ ਹੋਵੇ ਸਕੀ, ਫਿਰ ਮਤਰੇਈ, ਹੈ ਨਾ। ਸੱਖਣਾ ਜਾਂ ਖਾਲੀ ਜਾਂ ਊਣਾ, ਇਹਦਾ ਬਣੂਗਾ ਭਰਿਆ। ਸੱਖਣੇ ਦਾ ਮਤਲਬ ਹੁੰਦਾ ਖਾਲੀ, ਜਾਂ ਊਣਾ ਉਹਦਾ ਬਣੇਗਾ ਭਰਿਆ। ਇਹ ਸਮਾਨਾਰਥੀ ਸ਼ਬਦ ਨੇ, ਸੱਖਣਾ, ਖਾਲੀ, ਊਣਾ। ਸੋ ਉਸ ਤੋਂ ਬਾਅਦ ਜੇ ਅਧੂਰਾ ਹੋਵੇ ਫਿਰ ਤੁਸੀਂ ਬਣਾਉਣਾ ਪੂਰਾ, ਅਧੂਰੇ ਦਾ ਪੂਰਾ। ਸਦੀਵੀ ਦਾ ਥੋੜ੍ਹ ਚਿਰਾ। ਸਦੀਵੀ ਹਮੇਸ਼ਾ ਰਹਿਣ ਵਾਲਾ ਦੁਨੀਆ 'ਤੇ। ਥੋੜ੍ਹ ਚਿਰਾ ਮਤਲਬ ਥੋੜ੍ਹਾ ਚਿਰ ਰਹਿਣ ਵਾਲਾ। ਆਕੜ ਦਾ ਨਿਮਰਤਾ ਜਾਂ ਹਲੀਮੀ। ਨਿਮਰਤਾ, ਹਲੀਮੀ ਸਮਾਨਾਰਥੀ ਨੇ ਦੋਨੋਂ। ਸ਼ਰਧਾਲੂ ਦਾ ਅਸ਼ਰਧਕ। ਸ਼ਰਧਾਲੂ ਦਾ ਅਸ਼ਰਧਾਲੂ ਨਹੀਂ, ਅਸ਼ਰਧਕ। ਸੜੀਅਲ ਜਾਂ ਰੋਂਦੂ ਦਾ ਹਸਮੁਖ। ਖੁਸ਼ ਮਿਜਾਜ ਇੱਕ ਹੋਰ ਹੁੰਦਾ ਸ਼ਗੁਫਤਾ, ਜਿਹਨੂੰ ਕਹਿੰਦੇ ਆ। ਸ਼ਗੁਫਤਾ ਲੋਕ ਵੀ ਅਕਸਰ हंसते हुए देखे हैं, इस तरह करके। सड़ियल ਜਾਂ ਰੋਂਦੂ ਮਤਲਬ ਕੀ ਹੈ? ਹਸਮੁਖ, ਖੁਸ਼ ਮਿਜਾਜ, ਜਿਹਨੂੰ ਕਹਿ ਦਿੰਦੇ ਆਪਾਂ। ਗੰਭੀਰ ਦਾ ਹੋਛਾ। ਗੰਭੀਰ ਮਤਲਬ ਜੋ ਆਪਣੇ ਕੰਮ ਨੂੰ ਪੂਰੀ ਗੰਭੀਰਤਾ ਨਾਲ ਲੈਣ ਵਾਲਾ, ਅਤੇ ਹੋਛਾ ਉਹਦਾ ਵਿਰੋਧੀ ਹੋ ਗਿਆ। ਸੰਗਾਊ, ਨਿਝੱਕ। ਸੰਗਾਊ ਮਤਲਬ ਜੋ ਸੰਗਦਾ ਨਹੀਂ ਹੈ, ਨਿਝੱਕ ਸੰਗਾਊ ਦਾ।
ਸੰਗਾਊ है मतलब कि जो संगदा है, निचक है जो नहीं संगदा है। ठंडे का गर्म ਜਾਂ कोसा, ठंडे का विरोधी शब्द गर्म भी है तो कोसा भी है। उस तो बाद कोमल ते नरम दो हैं। कोमल ते नरम साडे ने जी समानार्थी शब्द। जे तो कोमल है, देखो कोमल का कठोर सेंस हुंदा ना, कोमल का कठोर, पर नरम का की हुंदा करड़ा या सख्त। नरम सख्त, नरम का करड़ा है ना। वैसे कोई दिक्कत नहीं, आ सकते है, पर ये थोड़ा सेंस हुंदा, आपां सेंस वेखना आपां तां, क्योंकि वो समान जदों विरोधी शब्द पुछदा आपां अगे गल भी करांगे कि किवें पिछले पेपरां दे विच विरोधी शब्द किवें दे पुछे गए ने, इन्हां ते भी आपां गल करांगे। तिखा खुंडा पता ही है सानू, मतलब कि जिहड़ा तेज धार वाला होवे उहनूं तिखा, जिहदी धार तेज ना होवे उहनूं खुंडा। जबर हलीमी, जबर भाव जुलम, हलीमी का मतलब एक होर भी है निमरता। देखो छोला ਜਾਂ ਸੁਸਤ ਉਹਨੂੰ ਕਿਹਾ ਜਾਂਦਾ ਮੱਠਾ। ਛੋਲਾ ਜਾਂ ਚੁਸਤ, ਛੋਲਾ ਜਾਂ ਚੁਸਤ ਹੁੰਦਾ ਉਹਨੂੰ ਆਪਾਂ ਕਹਿ ਦਿੰਦੇ ਮੱਠਾ ਜਾਂ ਸੁਸਤ। ਜੇ ਤਾਂ ਚੁਸਤ ਹੋਵੇ ਤਾਂ ਆਪਾਂ ਸਿੱਧਾ ਹੀ ਸਾਨੂੰ ਪਤਾ ਵੀ ਚੁਸਤ ਦਾ ਤਾਂ ਸੁਸਤ ਹੀ ਬਣਦਾ ਵਿਰੋਧੀ, ਪਰ ਜੇ ਛੋਲਾ ਹੋਵੇ ਤਾਂ ਉਹਦਾ ਬਣਦਾ ਮੱਠਾ। ਛੋਲਾ ਤੇ ਚੁਸਤ ਦੋਨੋਂ ਹਨ ਸਾਡੇ ਸਮਾਨਾਰਥੀ। ਇੱਧਰ ਮੱਠਾ ਤੇ ਸੁਸਤ ਇਹ ਨੇ ਸਾਡੇ ਸਮਾਨਾਰਥੀ। ਉਦਮ ਦਾ ਬਣਾਉਣਾ ਆਲਸ ਤੇ ਉਦਮੀ ਦਾ ਬਣਾਉਣਾ ਆਲਸੀ। ਉਦਮ ਆਲਸ, उद्यमी आलसी। उद्यम नाम है, उद्यमी हैगा विशेषण। उवें ही अग्गा, अग्गा का बनाना पिछा, अगे का बनाना पिछे। अगे पिछे मात्रा के हिसाब नाल औख का सौख बनूगा, औखा का सौखा बनूगा। एवें उस प्रकार नाल ही देख लो। सुस्त का आप एक होर बना चुके हैं, वैसे एक होर बना लीए, किहड़ा है सुस्त का चुस्त ते सुस्ती का चुस्ती है ना। सुस्त हुंदा है जो साडा ये सुस्त शब्द है जिहड़ा ये हैगा साडा विशेषण, ते सुस्ती है जिहड़ा ये भाववाची ये है साडा भाववाची नाव। ये साडा विशेषण है, ये साडा नाव है। उस प्रकार नाल ही सुख दा दुख बनेगा ते सुखांत दा दुखांत बनेगा। चंगा दा बुरा बनाउणा है, चंगियाई दा बुरियाई बनाउणा है। नेक दा बुरा ते नेकी दा बदी जां बुराई। नेकी का बदी भी हुंदा है, बुराई हुंदा उहदा समानार्थी शब्द। बदी या बुराई इक्को ही गल है। जे सज्जन है फिर दुर्जन है, जे मित्र है फिर वैरी है। सज्जन ते मित्र दोनों समानार्थी ने। इस इत्थे है सोग, सोग, सोग का बनेगा हरख भाव हर्ष है ना, हर्ष खुशी। सोग का हरख ते सुवारना का विगाड़ना। कुचज है तो सुचज है। कुचज मतलब किसी काम नूं करन दा ਚੱਜ नहीं। सुचज्जा मतलब काम करन दा चंगा ਚੱਜ है। कुचज्जा दा सुचज्जा बनेगा है ना। कुचज है जिहड़ा ये साडा एक हैगा भाववाची नाव, ते कुचज्जा हैगा साडा ये विशेषण है ना, कि फलाना बंदा है जी कुचज्जा है, भाव की विशेषता होगी भी उन्होंने काम करना नहीं आता। खुशबू का जिवें मैं गल कीती सी अगेतरा पिछेतरा दे विच कि पंजाबी भाषा दे विच बू ते बो दो तरह के शब्द चलते हैं। मतलब की है जदों समैल जिहड़ी आउंदी है, समैल जिन्हों कह दिंदे आपां, वो की है दो शब्दों के विच पंजाबी दे विच है, एक बू ते एक बो, दो शब्दों के विच लिखिया जाता है समैल नूं। सो खुशबू है तो बदबू है, खुशबू है तो बदबू है। ये असी खास करके ध्यान दे विच रखनी है गल की है। ये विरोधी शब्द का की हुंदा आधार तुलनात्मक विधि हुंदी है साडी। स्क्रीन शॉट ले लिया करो जरूर। हाँ जी, कुछ प्रश्न आए हैं जी पिछले पेपरों के विच विरोधी शब्दों के बाबत देखते हैं जी। देखो प्रश्न वेखो किवें दा आया जी। एक कहंदा जी तंग दिली का विरोधी शब्द दसो जी किहड़ा है। तंग दिली है ना, तंग दिल मतलब की है कि जो जिसका दिल छोटा होवे, कहने का मतलब उन्होंने कह दिंदे आपां तंग दिल है ना। तंग दिली का आपां नूं पता है जी, ठीक है, खुल दिली होवेगा है ना, कोई दिक्कत नहीं है। सो उहदे नाल 3 ऑप्शन होर दिते है जी, थोड़ी व्याख्या कर लीए इन्हां दी है ना। साऊपुणा का मतलब हुंदा है कि आपां साऊ का विरोधी शब्द पढ़ते हैं है ना। साऊ का हुंदा है, साऊ का विरोधी शब्द हुंदा है साऊ भाव चंगे विचारां वाला जिहड़ा हुंदा उहनूं कह दिंदे साऊ, कि यह तो जी मुंडा बड़ा साऊ है, भाव चंगे विचारां वाला चंगे कम्मां वाला मुंडा है। तो दूसरा इहदा विरोधी है जी, एक तो लुच्चा ते एक है जी कमीना। दो हो जाते हैं जी। लुच्चा वैसे ज़्यादा इंपोर्टेंट है जी, सारे सानू पता ही है किहनूं कहंदे आ लुच्चा। सो साऊ का विरोधी शब्द है जी लुच्चा, ਜਾਂ साऊ का विरोधी है जी कमीना।
ਸੋ ਇੱਥੇ ਸਾਊਪੁਣੇ ਦਾ ਬਣਦਾ ਹੈ ਲੁੱਚਪੁਣਾ ਜਾਂ ਕਮੀਨਪੁਣਾ, ਹੈ ਨਾ, ਜਾਂ ਕਮੀਨਾਪਨ ਜਿਹਨੂੰ ਕਹਿ ਦਿੰਦੇ ਆ ਨਾ, ਉਹਨੂੰ ਪੰਜਾਬੀ 'ਚ ਕਮੀਨਪੁਣਾ। ਸੋ ਸਾਊਪੁਣੇ ਦਾ ਹੋ ਗਿਆ ਜੀ ਸਾਡਾ ਵਿਰੋਧੀ ਸ਼ਬਦ ਲਿਖ ਰਿਹਾ ਜੀ ਮੈਂ ਵਿਆਖਿਆ ਸਹਿਤ, ਲੁੱਚਪੁਣਾ, ਜਾਂ ਦੂਸਰਾ ਲਿਖ ਲਿਓ ਜੀ ਕਮੀਨਪੁਣਾ। ਬੁੱਝਦਿਲੀ ਮਤਲਬ ਕੀ ਹੈ ਕਿ ਬੁੱਝਦਿਲੀ ਹੁੰਦਾ ਹੈ ਸਾਡੀ ਕਾਇਰਤਾ, ਜਿਹੜਾ ਹੁੰਦਾ ਨਾ ਬੁੱਝਦਿਲ, ਉਹਨੂੰ ਕਹਿੰਦੇ ਆ ਕਾਇਰ। ਬੁੱਝਦਿਲ ਤੋਂ ਬਣ ਗਿਆ ਜੀ ਬੁੱਝਦਿਲੀ, ਤੇ ਉਧਰੋਂ ਕਾਇਰ ਤੋਂ ਬਣਾਤਾ ਜੀ ਕਾਇਰਤਾ। ਬੁੱਝਦਿਲੀ ਦਾ ਮਤਲਬ ਹੈ ਜੀ ਕਾਇਰਤਾ, ਹੈ ਨਾ। ਬੁੱਝਦਿਲੀ ਦਾ ਮਤਲਬ ਕੀ ਹੈ, ਇਹਦਾ ਸ਼ਾਬਦਿਕ ਅਰਥ ਬਣਦਾ ਹੈ ਜੀ ਕਾਇਰਤਾ, ਹੈ ਨਾ। ਤੇ ਫਿਰ ਦੂਸਰਾ ਕੀ ਬਣੇਗਾ ਜੀ ਨਿਡਰਤਾ, ਹੈ ਨਾ। ਵਿਰੋਧੀ ਇਹਦਾ ਬੁੱਝਦਿਲੀ ਜਾਂ ਕਾਇਰਤਾ ਦੋਵੇਂ ਸਮਾਨਾਰਥੀ ਨੇ, ਫਿਰ ਇਹਦਾ ਕੀ ਬਣੇਗਾ ਜੀ ਨਿਡਰਤਾ, ਹੈ ਨਾ। ਉਸ ਤੋਂ ਬਾਅਦ ਖੁੱਲ੍ਹ ਦਿਲੀ ਦਾ ਹੋ ਗਿਆ ਜੀ ਤੰਗ ਦਿਲੀ। ਕੰਜੂਸੀ, ਕੰਜੂਸੀ ਦਾ ਹੁੰਦਾ ਹੈ ਜੀ ਸੋਮਪੁਣਾ। ਸੋਮਪੁਣਾ ਦੇਖੋ, ਕੰਜੂਸੀ ਜਾਂ ਸੋਮਪੁਣਾ ਇਹ ਦੋਨੋਂ ਸਮਾਨਾਰਥੀ ਨੇ। ਆਪਾਂ ਇੱਥੇ ਲਿਖੀਏ ਇਹਨਾਂ ਨੂੰ, ਕੰਜੂਸੀ ਜਾਂ ਸੋਮਪੁਣਾ ਇੱਕੋ ਹੀ ਗੱਲ ਹੈ ਜੀ, ਕਿਉਂਕਿ ਕੰਜੂਸ ਅਤੇ ਸੂਮ ਦੋਨੋਂ ਸਮਾਨਾਰਥੀ ਸ਼ਬਦ ਨੇ। ਤੇ ਇਹਦਾ ਆਪਾਂ ਵਿਰੋਧੀ ਸ਼ਬਦ ਪੜ੍ਹਦੇ ਹਾਂ ਸਖੀ, ਹੈ ਨਾ। ਸਖੀ ਭਾਵ ਹੁੰਦਾ ਮਿੱਤਰ, ਉਹਦਾ ਸਖੀ ਮਿੱਤਰ ਇੱਕ ਤਰ੍ਹਾਂ ਦਾ, ਤੇ ਦੂਸਰੇ ਨੂੰ ਕਹਿ ਦਿੰਦੇ ਆ ਕੀ ਹੈ ਕੰਜੂਸ ਜਾਂ ਸੂਮ। ਸੋ ਇੱਥੇ ਕੀ ਹੈ ਕੰਜੂਸੀ ਜਾਂ ਸੂਮਪੁਣਾ, ਸੋ ਇਹਦਾ ਹੋ ਗਿਆ ਜੀ ਸਖੀਪੁਣਾ, ਹੈ ਨਾ। ਮਤਲਬ ਕੀ ਆ ਉਦਾਰ ਚਿੱਤ ਹੋਵੇ ਜਿਹੜਾ ਬੰਦਾ, ਦਿਲ ਖੋਲ੍ਹ ਕੇ ਮਤਲਬ ਜਿਹੜਾ ਕਰੇ ਪੈਸੇ ਨੂੰ ਖਰਚ, ਉਹਨੂੰ ਆਪਾਂ ਕਹਿ ਦਿੰਦੇ ਸਖੀ। ਸੋ ਕੰਜੂਸੀ ਜਾਂ ਸੋਮਪੁਣਾ ਇਹਦਾ ਬਣ ਜੂਗਾ ਜੀ ਸਾਡਾ ਸਖੀਪੁਣਾ, ਵਿਰੋਧੀ ਸ਼ਬਦ ਹੋ ਜਾਏਗਾ ਸਾਡਾ ਸਖੀਪੁਣਾ। ਕੰਜੂਸ ਜਾਂ ਸੋਮ ਦਾ ਵਿਰੋਧੀ ਹੁੰਦਾ ਸਖੀ, ਹੈ ਨਾ। ਇੱਕ ਹੈਗਾ ਨਾ, ਇੱਕ ਕਹਾਵਤ ਵੀ ਹੈ ਕਿ ਸਖੀ ਨਾਲੋਂ ਸੋਮ ਚੰਗਾ ਜਿਹੜਾ ਤੁਰੰਤ ਦੇਵੇ ਜਵਾਬ। ਸੋ ਇਹਦਾ ਕੀ ਹੈ ਵੀ ਜਿਹੜਾ ਮਤਲਬ ਕੀ ਹੈ ਕਿ ਜਿਹੜਾ ਦਿਲ ਖੋਲ੍ਹ ਕੇ ਮਤਲਬ ਪੈਸੇ ਦੇਣ ਵਾਲਾ ਜੋ ਬੰਦਾ ਹੈ, ਉਹਦੇ ਨਾਲੋਂ ਤਾਂ ਇੱਕ ਸੂਮ ਚੰਗਾ ਹੈ ਜਿਹੜਾ ਉਹਦੇ ਉਸੇ ਵੇਲੇ ਜਵਾਬ ਦੇ ਦਿੰਦਾ ਹੈ। ਸੋ ਇਹ ਵੀ ਇੱਕ ਕਹਾਵਤ ਹੈ। ਆਪਾਂ ਇਹ ਕਹਾਵਤਾਂ ਬਾਰੇ ਵੀ ਗੱਲਾਂ ਕਰਾਂਗੇ, ਅਖਾਣਾਂ ਬਾਰੇ ਵੀ। ਸੋ ਇੱਥੇ ਕੀ ਹੈ ਕੌੜਾ ਦਾ ਵਿਰੋਧੀ ਸ਼ਬਦ ਪੁੱਛਿਆ ਹੈ। ਕੌੜਾ ਦਾ ਵਿਰੋਧੀ ਸ਼ਬਦ ਹੈ ਜੀ ਸਾਡੇ ਮਿੱਠਾ, ਹੈ ਨਾ। ਮਿੱਠੇ ਦਾ ਵਿਰੋਧੀ ਕੌੜਾ ਹੁੰਦਾ ਹੈ ਨਾ, ਠੀਕ ਹੈ ਜੀ। ਉਸ ਤੋਂ ਬਾਅਦ ਖੱਟਾ ਦਿੱਤਾ ਹੈ ਨਾ। ਸੋ ਖੱਟੇ ਦਾ ਵਿਰੋਧੀ ਕੀ ਹੈ ਜੀ, ਅੱਗੇ ਮੈਂ ਵਿਰੋਧੀ ਸ਼ਬਦ ਲਿਖ ਰਿਹਾ ਜੀ। ਖੱਟੇ ਦਾ ਹੁੰਦਾ ਮਿੱਠਾ, ਹੈ ਨਾ। ਸੋ ਕੌੜੇ ਦਾ ਵੀ ਮਿੱਠਾ ਹੋ ਗਿਆ, ਖੱਟੇ ਦਾ ਵੀ ਮਿੱਠਾ ਹੋ ਗਿਆ। ਕੌੜੇ ਦਾ ਵਿਰੋਧੀ ਸ਼ਬਦ ਸਾਨੂੰ ਪਤਾ ਲੱਗ ਗਿਆ, ਮਿੱਠਾ ਕੋਈ ਦਿੱਕਤ ਨਹੀਂ ਹੈ। ਉਹ ਤਾਂ ਮੈਂ ਅੱਗੇ ਕੀ ਹੈ ਇਹਨਾਂ ਦੇ ਵਿਰੋਧੀ ਸ਼ਬਦ ਦੱਸ ਰਿਹਾ, ਇੱਕ ਵਿਆਖਿਆ ਕਰ ਰਿਹਾ ਜੋ ਸਾਡੇ ਪ੍ਰਸ਼ਨ ਆਏ ਨੇ ਪੁਰਾਣੇ, ਇਹਨਾਂ ਦੇ ਵਿੱਚੋਂ ਵੀ ਤੁਸੀਂ ਆਪਣੇ ਜੋ ਵਿਰੋਧੀ ਸ਼ਬਦ ਹੈ ਉਹ ਛਾਂਟ ਲਿਓ ਵੀ। ਬਕਬਕਾ, ਬਕਬਕਾ ਕਹਿੰਦੇ ਆ ਬੇਸਵਾਦੇ ਨੂੰ, ਹੈ ਨਾ। ਬੇਸਵਾਦਾ ਜਿਹਦਾ ਕੋਈ ਸਵਾਦ ਨਾ ਹੋਵੇ ਉਹਨੂੰ ਕਹਿ ਦਿੰਦੇ ਆਪਾਂ ਬੇਸਵਾਦਾ। ਅੱਛਾ, ਬਕਬਕਾ ਜਾਂ ਬੇਸਵਾਦੇ ਦਾ ਕੀ ਹੋਊਗਾ, ਮਿੱਠਾ ਹੀ ਹੋਊਗਾ ਨਾ ਜੀ। ਬਿਲਕੁਲ ਜੀ, ਜਾਂ ਤਾਂ ਕੀ ਹੈ ਕੋਈ ਚੀਜ਼ ਮਿੱਠੀ ਹੋਵੇਗੀ, ਸਵਾਦ ਵਾਲੀ ਹੋਵੇਗੀ, ਹੈ ਨਾ। ਸਵਾਦਲਾ ਜਾਂ ਮਿੱਠਾ, ਬਕਬਕੇ ਦਾ ਮਿੱਠਾ ਤੇ ਬੇਸਵਾਦੇ ਦਾ ਹੋ ਜਾਊਗਾ ਜੀ ਸਵਾਦਲਾ, ਹੈ ਨਾ। ਸਵਾਦ ਵਾਲਾ ਤੇ ਬੇਸਵਾਦਾ ਬਿਨਾਂ ਸਵਾਦ ਵਾਲਾ, ਤੇ ਸਵਾਦਲਾ ਮਤਲਬ ਸਵਾਦ ਵਾਲਾ। ਇਹ ਥੋੜ੍ਹਾ ਜਿਹਾ ਧਿਆਨ ਨਾਲ ਸੁਣ ਲਿਓ, ਧਿਆਨ ਨਾਲ ਦੇਖ ਲਿਓ। ਕੁਸੈਲਾ, ਕੁਸੈਲਾ ਦਾ ਮਤਲਬ ਹੁੰਦਾ ਹੈ ਜੀ ਸਾਡਾ ਫਿੱਕਾ ਜਾਂ ਬੇਸਵਾਦਾ। ਦੂਜੇ ਸ਼ਬਦਾਂ ਦੇ ਵਿੱਚ ਫਿੱਕਾ ਜਾਂ ਬੇਸਵਾਦਾ, ਇਹ ਨਾ ਤੁਸੀਂ ਧਿਆਨ ਨਾਲ ਦੇਖਿਓ, ਪਜ਼ਲ ਨਾ ਹੋ ਜਾਓ। ਮੈਂ ਸਮਾਨਾਰਥੀ ਸ਼ਬਦ ਵੀ ਕਰਾਈ ਜਾਂਦਾ ਨਾਲ, ਤੇ ਨਾਲ ਉਹਨਾਂ ਦੇ ਵਿਰੋਧੀ ਵੀ ਦੱਸੀ ਜਾਂਦਾ, ਕਿਉਂਕਿ ਜਦੋਂ ਤੁਹਾਨੂੰ ਸਮਾਨਾਰਥੀ ਸ਼ਬਦ ਹੈ ਜਿਹੜੇ ਪਰਾਏਵਾਚੀ ਸ਼ਬਦ ਤੁਹਾਨੂੰ ਜਿੰਨੇ ਆਉਂਦੇ ਆ ਉਹ ਤੁਹਾਡੇ ਵਿਰੋਧੀ ਸ਼ਬਦਾਂ ਦੇ ਵਿੱਚ ਕੰਮ ਦਿੰਦੇ ਆ, ਵਿਰੋਧੀ ਸ਼ਬਦਾਂ ਦੇ ਵਿੱਚ। ਤੇ ਜਿਹੜੇ ਸਾਡੇ ਬਹੁ ਅਰਥਕ ਸ਼ਬਦ ਨੇ ਉਹਨਾਂ ਦੇ ਵਿੱਚ ਵੀ ਕੰਮ ਦਿੰਦੇ ਆ। ਇਸ ਕਰਕੇ ਵੱਧ ਤੋਂ ਵੱਧ ਸਮਾਨਾਰਥੀ ਸ਼ਬਦ ਹੈ ਜਿਹੜੇ ਉਹ ਤੁਸੀਂ ਪੜ੍ਹ ਕੇ ਰੱਖਿਓ, ਤੁਹਾਡੇ ਸ਼ਬਦ ਭੰਡਾਰ ਦੇ ਵਿੱਚ ਵੱਧ ਤੋਂ ਵੱਧ ਵਾਧਾ ਹੋਵੇ ਜਿਹੜਾ। ਸੋ ਕੁਸੈਲੇ ਦਾ ਮਤਲਬ ਹੁੰਦਾ ਜੀ ਫਿੱਕਾ ਜਾਂ ਬੇਸਵਾਦਾ, ਇਹ ਸਮਾਨਾਰਥੀ ਨੇ। ਅੱਛਾ, ਫਿੱਕੇ ਦਾ ਕੀ ਹੈ ਫਿਰ ਮਿੱਠਾ, ਕੁਸੈਲੇ ਦਾ ਫਿਰ ਕੀ ਹੋਊਗਾ ਜੀ ਮਿੱਠਾ। ਸੋ ਕੁਸੈਲਾ ਜਾਂ ਫਿੱਕਾ ਜਾਂ ਬੇਸਵਾਦਾ, ਕੁਸੈਲਾ ਜਾਂ ਫਿੱਕਾ ਇਹ ਦੋਨਾਂ ਦੇ ਕੀ ਹੈ ਜੀ ਮਿੱਠਾ, ਹੈ ਨਾ। ਵਿਰੋਧੀ ਸ਼ਬਦ ਦੋਨਾਂ ਦਾ, ਪਰ ਸਾਡਾ ਬੇਸੁਆਦੇ ਦਾ ਸਾਨੂੰ ਪਤਾ ਹੀ ਹੈ ਜੀ ਸੁਆਦਲਾ ਹੋ ਗਿਆ, ਹੈ ਨਾ। ਵੀ ਸੁਆਦਲਾ ਵਧੇਰੇ ਢੁੱਕਵਾਂ ਹੈ। ਮਤਲਬ ਕੀ ਹੈ ਕਿ ਸੁਆਦਲੇ ਦਾ ਜਿਹੜਾ ਸਾਡਾ ਸੁਆਦਲਾ ਬੇਸੁਆਦਾ ਸ਼ਬਦ ਹੈ, ਸੌਰੀ, ਉਹਦਾ ਵਿਰੋਧੀ ਸ਼ਬਦ ਮਿੱਠਾ ਹੋ ਸਕਦਾ, ਕੋਈ ਦਿੱਕਤ ਨਹੀਂ।
ਭਾਵ ਕਿ ਬਿਨਾਂ ਸਵਾਦ ਤੋਂ ਤੇ ਇੱਕ ਮਿੱਠਾ, ਪਰ ਸਵਾਦਲਾ ਸ਼ਬਦ ਹੈ ਜੋ ਉਹ ਵਧੇਰੇ ਢੁਕਵਾਂ ਇਹਦੇ ਨਾਲ ਵਧੇਰੇ ਪ੍ਰੈਫਰ ਕਰਦਾ ਹੈ। ਇਸ ਕਰਕੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਇੱਥੇ ਇੱਕ ਹੋਰ ਪ੍ਰਸ਼ਨ ਆਇਆ ਜੀ, ਕੱਟਣਾ ਦਾ ਵਿਰੋਧੀ ਸ਼ਬਦ, ਕੱਟਣਾ ਦਾ ਹੋ ਗਿਆ ਜੀ ਜੋੜਨਾ, ਹੈ ਨਾ, ਕੱਟਣੇ ਦਾ ਜੋੜਨਾ ਹੀ ਹੋਊਗਾ ਜੀ। ਠੀਕ ਹੈ ਜੀ, ਬਿਲਕੁਲ ਅੱਛਾ ਤਾਂ ਹੋ ਗਿਆ। ਉਸ ਤੋਂ ਬਾਅਦ ਤੋੜਨਾ, ਤੋੜਨੇ ਦਾ ਵਿਰੋਧੀ ਸ਼ਬਦ ਕੀ ਹੁੰਦਾ? ਜੋੜਨਾ। ਦੇਖੋ ਪ੍ਰਸ਼ਨ ਪੁੱਛਣ ਦਾ ਤਰੀਕਾ ਦੇਖ ਲਓ ਐਗਜ਼ਾਮੀਨਰ ਦਾ, ਤੁਸੀਂ ਤਿੰਨਾਂ ਦੇ ਵਿੱਚ ਦੇਖ ਲਵੋ, 3 ਪ੍ਰਸ਼ਨ ਪੁੱਛੇ ਗਏ ਆ, ਤਿੰਨਾਂ ਦੇ ਵਿੱਚ ਕੀ ਆ? ਸਮਾਨਾਰਥੀ ਦੇ ਕੇ ਪ੍ਰਸ਼ਨ ਪੁੱਛਿਆ ਗਿਆ ਹੈ। ਸੋ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਕਿ ਕੱਟਣਾ ਸ਼ਬਦ ਦਾ ਵਿਰੋਧੀ ਪੁੱਛਿਆ ਜੋੜਨਾ, ਤੇ ਨਾਲ ਹੀ ਕੱਟਣੇ ਦਾ ਸਮਾਨਾਰਥੀ ਦੇ ਰੱਖਿਆ ਤੋੜਨਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇੱਥੇ ਵੀ ਆ ਦੇਖੋ, ਕੌੜੇ ਦਾ ਸਮਾਨਾਰਥੀ ਹੈ ਲਗਭਗ ਖੱਟਾ, ਤੇ ਬਕਬਕਾ ਕੁਸੈਲਾ, ਕਿਉਂਕਿ ਇਹਨਾਂ ਤਿੰਨਾਂ ਦੇ ਜੋ ਵਿਰੋਧੀ ਸ਼ਬਦ ਹੈ ਉਹ ਮਿੱਠਾ ਵੀ ਹੈ। ਸੋ ਇਹ ਵੇਖੋ ਕਿਤੇ ਸਮਾਨਾਰਥੀ ਵੀ, ਲਗਭਗ ਸਮਾਨ ਅਰਥਾਂ ਵਾਲੇ ਸ਼ਬਦ ਵੀ ਵਿੱਚ ਹੀ ਦਿੱਤੇ ਹੋਏ ਆ। ਇਹ ਤੁਸੀਂ ਦਿਮਾਗ ਦੇ ਵਿੱਚ ਰੱਖਣੀ ਹੈ ਗੱਲ। ਤੇ ਦੂਜਾ ਦੇਖ ਲਓ, ਭਾਵੇਂ ਜ਼ਿਆਦਾਤਰ ਭਾਵਵਾਚੀ ਨਾਮ ਆ, ਭਾਵਵਾਚੀ ਵਿਸ਼ੇਸ਼ਣਾਂ ਦੇ ਵਿੱਚੋਂ ਭਾਵਵਾਚੀ ਜੋ ਸਾਡੇ ਹਨ, ਹੈ ਨਾ, ਉਹਨਾਂ ਵਿਸ਼ੇਸ਼ਣਾਂ ਦੇ ਵਿੱਚੋਂ ਤੇ ਉਹਨਾਂ ਨਾਵਾਂ ਦੇ ਵਿੱਚੋਂ ਪੁੱਛੇ ਗਏ ਆ ਪ੍ਰਸ਼ਨ। ਇਹ ਵੀ ਤੁਸੀਂ ਧਿਆਨ ਰੱਖਣੀ ਹੈ। 2 ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ। ਜੇ ਵਿਰੋਧੀ ਸ਼ਬਦ ਪੁੱਛਦਾ ਹੈ ਕੌੜੇ ਦਾ, ਤੇ ਕੌੜੇ ਦੇ ਨਾਲ ਸਮਾਨਾਰਥੀ ਵੀ ਦਿੱਤੇ ਹੈ। ਜੇ ਤੰਗ ਦਿਲੀ ਦਾ ਤੇ ਉਹਦੇ ਨਾਲ ਕੀ ਹੈ ਕਿ ਕੁਝ ਉਹੋ ਜਿਹੇ ਦਿੱਤੇ ਆ ਕਿ ਜਿਵੇਂ ਬੁੱਝ ਦਿਲੀ, ਜਿਵੇਂ ਸਾਊਪੁਣਾ, ਐਵੇਂ ਭੁਲੇਖਾ ਪਾਉਣ ਨੂੰ। ਸੋ ਇੱਥੇ ਵੀ ਇਹੀ ਹੈ। ਕੱਟਣੇ ਦਾ ਹੁਣ ਦੇਖੋ ਇੱਥੇ ਕੀ ਆ, ਹੁਣ ਕੱਟਣੇ ਦਾ ਲਗਭਗ ਹੁੰਦਾ ਤੋੜਨਾ, ਹੈ ਨਾ, ਕੱਟਣਾ ਜਾਂ ਤੋੜਨਾ ਲਗਭਗ, ਹੈ ਨਾ, ਲਗਭਗ ਬਰਾਬਰ ਅਰਥ, ਲਗਭਗ ਸਮਾਨਾਰਥੀ। ਤੇ ਕਿਉਂਕਿ ਦੇਖੋ ਦੋਵਾਂ ਦਾ ਵਿਰੋਧੀ ਸ਼ਬਦ ਇੱਕੋ ਜਿਹਾ ਹੈ ਨਾ, ਜੋੜਨੇ ਦਾ ਕੱਟਣਾ ਤੇ ਜੋੜਨੇ ਦਾ ਤੋੜਨਾ। ਉਵੇਂ ਹੀ ਉਤਾਰਨਾ, ਉਤਾਰਨੇ ਦਾ ਕੀ ਹੈ ਜੀ? ਚੜਾਉਣਾ। ਤੇ ਹੁਣ ਉਤਾਰਨਾ ਤੇ ਲਾਉਣਾ ਦੋਵੇਂ ਸਮਾਨਾਰਥੀ ਆ, ਹੈ ਨਾ, ਵੀ ਸਮਾਨ ਗੱਡੀ ਚੋਂ ਲਾ ਲਿਓ ਜਾਂ ਸਮਾਨ ਗੱਡੀ ਚੋਂ ਉਤਾਰ ਲਓ, ਇੱਕੋ ਹੀ ਗੱਲ ਹੈ। ਸੋ ਲਾਉਣੇ ਦਾ ਵੀ ਕੀ ਹੋ ਗਿਆ? ਵਿਰੋਧੀ ਚੜਾਉਣਾ। ਸੋ ਇਹ ਵੀ ਤੁਹਾਨੂੰ ਮੈਨੂੰ ਲੱਗਦਾ ਵੀ ਜ਼ਰੂਰ ਪਤਾ ਲੱਗਿਆ ਹੋਊਗਾ ਵੀ ਪ੍ਰਸ਼ਨ ਪੁੱਛਣ ਦਾ ਤਰੀਕਾ ਕੀ ਹੈ। ਸੋ ਇਹਦੇ ਵਿੱਚ ਵੀ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀਆਂ ਗੱਲਾਂ ਜੀ। ਸਕਰੀਨਸ਼ਾਟ। ਹਾਂਜੀ, ਹੁਣ ਆਪਾਂ ਚੱਲੀਏ ਜੀ ਸਮਾਨਾਰਥੀ ਸ਼ਬਦਾਂ ਤੇ। ਜੋ ਸਾਡੇ ਸਮਾਨਾਰਥੀ ਸ਼ਬਦ ਨੇ ਉਹਦੇ ਵਿੱਚ ਕੀ ਹੈ ਕਿ ਸਮਾਨਾਰਥੀ ਸ਼ਬਦ ਪਰਿਆਇਵਾਚੀ ਸ਼ਬਦ ਉਹ ਨੇ ਜੋ ਇੱਕ ਦੂਜੇ ਦੇ ਬਰਾਬਰ ਦਾ ਜਾਂ ਪੂਰਾ ਅਰਥ ਰੱਖਣ ਵਾਲੇ ਸ਼ਬਦ, ਇੱਕ ਦੂਜੇ ਦੇ ਸਮਾਨ ਅਰਥਾਂ ਵਿੱਚ ਰੱਖਣ ਜਾਂ ਉਸ ਦਾ ਪੂਰਾ ਅਰਥ ਰੱਖਣ, ਜਾਂ ਲਗਭਗ ਢੁਕਵਾਂ ਅਰਥ। ਦੇਖਦੇ ਹਾਂ ਜੀ, ਦੇਖੋ ਆਪਾਂ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਦੇਖਣੇ ਆ ਜੀ ਮੇਨ ਸਾਡੇ ਸਮਾਨਾਰਥੀ ਕਿਹੜੇ ਨੇ। ਦੇਖੋ ਕਿਹੜੇ ਨੇ? ਉਸਤਦਾ ਹੁੰਦਾ ਜੀ ਉਪਮਾ, ਸ਼ਲਾਘਾ, ਪ੍ਰਸ਼ੰਸਾ, ਵਡਿਆਈ, ਤਾਰੀਫ, ਕੋਈ ਦਿੱਕਤ ਨਹੀਂ ਜੀ। ਉਚਿਤ, ਠੀਕ, ਯੋਗ, ਸਹੀ, ਢੁਕਵਾਂ, ਜਾਇਜ਼, ਇਹ ਹੈ ਜੀ ਸਾਡਾ ਉਚਿਤ ਸ਼ਬਦ ਆ। ਹੁਣ ਸਾਨੂੰ ਢੁਕਵਾਂ ਸ਼ਬਦ ਦਾ ਪਤਾ ਲੱਗ ਗਿਆ, ਕਿਉਂਕਿ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਢੁਕਵਾਂ ਸ਼ਬਦ ਦਾ ਆਪਦਾ ਮਹੱਤਵ ਹੈ। ਕਿਉਂਕਿ ਹੇਠ ਲਿਖਿਆ ਵਿੱਚੋਂ ਢੁਕਵਾਂ ਸ਼ਬਦ ਕਿਹੜਾ ਹੈ, ਢੁਕਵਾਂ ਉੱਤਰ ਸਹੀ ਕਿਹੜਾ ਹੈ, ਢੁਕਵਾਂ ਉੱਤਰ, ਹੈ ਨਾ। ਇਸ ਤਰ੍ਹਾਂ ਕਰਕੇ ਢੁਕਵਾਂ ਸ਼ਬਦ ਦਾ ਇਸਤੇਮਾਲ ਹੈ ਜਿਹੜਾ ਬਹੁਤ ਕੀਤਾ ਜਾਂਦਾ ਹੈ। ਉਹਦੇ ਵਾਸਤੇ ਸਮਾਨਾਰਥੀ ਨੇ ਵੀ ਠੀਕ, ਯੋਗ, ਸਹੀ, ਜਾਇਜ਼, ਉન્નਤੀ ਭਾਵ ਤਰੱਕੀ, ਵਿਕਾਸ, ਖੁਸ਼ਹਾਲੀ, ਚੜ੍ਹਤ, ਵਾਧਾ, ਪ੍ਰਗਤੀ, ਚੜ੍ਹਤ, ਉਮੰਗ, ਤਾਂਗ, ਚਾਅ, ਇੱਛਾ, ਉਤਸ਼ਾਹ, ਖਾਹਿਸ਼, ਜਿਹਨੂੰ ਖਵਾਇਸ਼ ਕਹਿੰਦੇ, ਖਾਹਿਸ਼ ਪੰਜਾਬੀ ਦੇ ਵਿੱਚ ਐਵੇਂ ਲਿਖਿਆ ਜਾਂਦਾ ਖਾਹਿਸ਼, ਚਾਅ, ਖਾਹਿਸ਼। ਉਸੇ ਪ੍ਰਕਾਰ ਅਕਲ ਦੇ ਸਮਾਨਾਰਥੀ ਸਿਆਣਪ, ਸਮਝ, ਮੱਤ, ਸੂਝ, ਮੱਤ ਧਿਆਨ ਰੱਖਿਓ। ਆਦਰ ਦਾ ਇੱਜ਼ਤ, ਸਤਿਕਾਰ, ਵਡਿਆਈ ਜਾਂ ਆਓ ਭਗਤ ਕਰਨੀ, ਹੈ ਨਾ, ਕਿਸੇ ਦਾ ਸਤਿਕਾਰ ਕਰਨਾ, ਉਹਨੂੰ ਵੀ ਕਹਿ ਦਿੱਤਾ ਜਾਂਦਾ ਆਦਰ। ਸੋਹਣਾ, ਸੁੰਦਰ, ਖੂਬਸੂਰਤ, ਸ਼ੈਲ, ਸ਼ਾਨਦਾਰ। ਹੁਕਮ ਦਾ ਕੀ ਬਣਦਾ ਜੀ? ਆਗਿਆ, ਫਰਮਾਨ, ਆਦੇਸ਼। ਚਾਨਣ ਦਾ ਸਮਾਨਾਰਥੀ ਕੀ ਹੈ ਜੀ? ਰੌਸ਼ਨੀ, ਪ੍ਰਕਾਸ਼, ਨੂਰ, ਉਜਾਲਾ। ਉਸੇ ਤਰ੍ਹਾਂ ਨਾਲ ਚੰਗਾ ਸ਼ਬਦ ਦੇ ਉੱਤਮ, ਨੇਕ, ਵਧੀਆ, ਸੁਹਾਵਣਾ। ਨਿਰਮਲ ਸ਼ਬਦ ਦੇ ਸਮਾਨਾਰਥੀ ਸਾਫ, ਸ਼ੁੱਧ, ਪਵਿੱਤਰ, ਸੁਥਰਾ। ਸੁਥਰਾ ਸ਼ਬਦ ਦਾ ਧਿਆਨ ਰੱਖਿਓ ਕੀ ਹੈ ਜੀ? ਸਾਡਾ ਨਿਰਮਲ ਹੁੰਦਾ ਹੈ। ਮੁਸ਼ਕਲ ਭਾਵ ਉਲਝਣ, ਔਂਕੜ, ਔਂਕੜ ਮਾਤਰਾ ਵੀ ਹੁੰਦੀ ਹੈ ਨਾ, ਔਂਕੜ ਦੀ ਮਾਤਰਾ, ਤੇ ਇੱਥੇ ਔਂਕੜ ਦਾ ਮਤਲਬ ਹੁੰਦਾ ਮੁਸ਼ਕਲ। ਸੋ ਜਿਹਨੂੰ ਆਹ ਮਾਤਰਾ ਲਾਉਣ 'ਚ ਮੁਸ਼ਕਲ ਆਵੇ ਔਂਕੜ ਦੀ, ਉਹਦਾ ਮਤਲਬ ਕੀ ਹੈ ਜੀ?
ਉਹ ਮੁਸ਼ਕਲ ਦੇ ਵਿੱਚ ਹੀ ਹੈ ਜੀ। ਇਸ ਕਰਕੇ ਮਾਤਰਾ ਜਿਹੜੀਆਂ ਇਹ ਪੜ੍ਹ ਲਓ, ਕੰਮ ਆਉਣਗੀਆਂ। ਉਹ ਸਵਰ ਤੇ ਵਿਅੰਜਨ ਟੌਪਿਕ ਦੇ ਰੱਖਿਆ ਸਾਰਿਆਂ ਦੇ ਕਾਮਨ, ਤਿਆਰ ਕਰ ਲਓ ਆਪਦਾ। ਮੁਸ਼ਕਲ, ਉਲਝਣ, ਔਂਕੜ, ਵਿਪਤਾ, ਸੰਕਟ, ਮੁਸੀਬਤ। ਉਸੇ ਪ੍ਰਕਾਰ ਨਾਲ ਵਸਲ ਸ਼ਬਦ ਦਾ ਕੀ ਹੈ? ਵਸਲ ਹੁੰਦਾ ਸੰਗਮ, ਮਿਲਾਪ, ਮੇਲ, ਸੰਜੋਗ, ਉਹਨੂੰ ਕਹਿੰਦੇ ਆ ਜੀ ਵਸਲ। ਭਾਵ ਸੰਗਮ ਜਾਂ ਕਿਸੇ ਨਾਲ ਮੇਲ ਮਿਲਾਪ ਮਿਲਣਾ, ਉਹਨੂੰ ਕਹਿੰਦੇ ਵਸਲ। ਉਪਕਾਰ ਸ਼ਬਦ ਦੇ ਸਮਾਨਾਰਥੀ ਨੇ ਜੀ ਭਲਾਈ, ਨੇਕੀ, ਅਹਿਸਾਨ, ਮਿਹਰਬਾਨੀ। ਉਸੇ ਪ੍ਰਕਾਰ ਨਾਲ ਉੱਜਲ ਦਾ ਸਾਫ਼, ਨਿਰਮਲ। ਉੱਤਮ ਦਾ ਹੁੰਦਾ ਜੀ ਚੰਗਾ, ਸ੍ਰੇਸ਼ਟ, ਵਧੀਆ। ਓਪਰਾ ਭਾਵ ਬੇਗਾਨਾ, ਪਰਾਇਆ, ਬਾਹਰਲਾ, ਗੈਰ। ਆਥਣ ਭਾਵ ਸ਼ਾਮ, ਸੰਝ, ਤਰਕਾਲਾਂ ਜਾਂ ਤਕਾਲਾਂ। ਇਕਰਾਰ ਦਾ ਮਤਲਬ ਹੁੰਦਾ ਜੀ ਕੌਲ, ਵਚਨ, ਵਾਅਦਾ, ਪ੍ਰਣ, ਪ੍ਰਤਿੱਗਿਆ। ਉਸੇ ਪ੍ਰਕਾਰ ਨਾਲ ਠਰਮਾ ਸ਼ਬਦ, ਇਹਦੇ ਸਮਾਨਾਰਥੀ ਨੇ ਜੀ ਧੀਰਜ, ਸ਼ਾਂਤੀ, ਧੈਰਯ ਜਿਹੜਾ ਹਿੰਦੀ ਵਾਲਾ, ਪੰਜਾਬੀ 'ਚ ਧੀਰਜ, ਸ਼ਾਂਤੀ, ਸਬਰ, ਟਿਕਾ। ਇੱਥੇ ਕੀ ਹੈ, ਇੱਕ ਪ੍ਰਸ਼ਨ ਵੀ ਆਇਆ ਸੀ, ਦੇਖੋ ਦਇਆ ਲਈ ਢੁਕਵਾਂ ਸ਼ਬਦ ਕਿਹੜਾ ਹੈ? ਮੈਂ ਤੁਹਾਨੂੰ ਕਿਹਾ ਸੀ ਨਾ, ਜਿਹੜਾ ਸ਼ਬਦ ਹੈ ਜਿਹੜਾ ਇਹ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੁੰਦਾ ਹੈ ਨਾ। ਤੁਸੀਂ ਪ੍ਰਸ਼ਨ ਪੇਪਰ ਦੇ ਵਿੱਚ ਆਹ ਸ਼ਬਦ ਅਕਸਰ ਹੀ ਵੇਖੋਗੇ। ਸੋ ਦਇਆ ਲਈ ਆਪਾਂ ਨੂੰ ਪਤਾ ਕਿਹੜਾ ਹੈ, ਦੇਖੋ ਆਸ਼ੀਰਵਾਦ, ਸਨੇਹ, ਪਿਆਰ ਜਾਂ ਤਰਸ। ਸੋ ਦਇਆ ਲਈ ਢੁਕਵਾਂ ਸ਼ਬਦ ਹੈ ਸਾਡਾ। ਮਤਲਬ ਕਿ ਢੁਕਵਾਂ ਸ਼ਬਦ ਕੀ ਆ? ਮਤਲਬ ਢੁਕਵੇਂ ਤੋਂ ਭਾਵ ਉਹਨੇ ਪੁੱਛਿਆ ਸੀ ਸਮਾਨਾਰਥੀ, ਇੱਕ ਦੂਜੇ ਦੇ ਬਰਾਬਰ ਜਾਂ ਪੂਰਾ ਪੂਰਾ ਅਰਥ ਰੱਖਣ ਵਾਲੇ ਸ਼ਬਦ ਜਾਂ ਢੁਕਵੇਂ ਸ਼ਬਦ। ਢੁਕਵਾਂ ਅਰਥ ਰੱਖਣ ਵਾਲੇ ਸ਼ਬਦ, ਢੁਕਵਾਂ ਅਰਥ ਰੱਖਣ ਵਾਲੇ ਸ਼ਬਦ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ। ਸੋ ਇਹ ਆਪਣੇ ਜੀ ਕੁਝ ਸਮਾਨਾਰਥੀ ਸ਼ਬਦ ਨੇ। ਇਹ ਆ ਜਿਹੜੇ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਨੇ ਜੀ। ਪ੍ਰਸ਼ਨ ਆਉਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ। ਹਾਂਜੀ, ਐਗਜ਼ਾਮ ਦੀ ਦ੍ਰਿਸ਼ਟੀ ਤੋਂ ਇੱਕ ਹੋਰ ਵੀ ਤਰੀਕਾ ਪ੍ਰਸ਼ਨ ਪੁੱਛਣ ਦਾ, ਸਮਾਨਾਰਥੀ ਤੇ ਵਿਰੋਧੀ ਸ਼ਬਦਾਂ ਦੇ ਵਿੱਚ। ਦੇਖੋ ਕੁਝ ਜੋੜਿਆਂ ਦੇ ਰਾਹੀਂ ਵੀ ਪੁੱਛ ਲਿਆ ਜਾਂਦਾ ਹੈ ਨਾ। ਜਿਵੇਂ ਆਹ ਦਿਨ ਰਾਤ ਪੁੱਛਿਆ ਗਿਆ ਸੀ, ਹੈ ਨਾ। ਦਿਨ ਰਾਤ ਕੀ ਹੈ? ਥੱਲੇ ਦਿੱਤਾ ਸੀ ਸਮਾਨਾਰਥੀ ਸ਼ਬਦ ਨੇ ਜਾਂ ਵਿਪਰੀਤਾਰਥਕ ਸ਼ਬਦ ਨੇ। ਇਸ ਤਰ੍ਹਾਂ ਕਰਕੇ ਜੋੜਿਆਂ ਦੇ ਰੂਪ ਵਿੱਚ, ਹੈ ਨਾ। ਸੋ ਜੋੜਿਆਂ ਦੇ ਰੂਪ ਵਿੱਚ ਵੀ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਪੜ੍ਹੀਏ, ਦੇਖੀਏ ਕਿਵੇਂ ਹੁੰਦਾ ਹੈ ਨਾ। ਵੀ ਜੇ ਪੁੱਛ ਲਏ ਵੀ ਆਹ ਜਿਹੜੇ ਇਹਨਾਂ ਸ਼ਬਦਾਂ ਦੇ ਵਿੱਚੋਂ ਕੋਈ ਇੱਕ ਪੁੱਛ ਲਏ ਵੀ ਇਹ ਕਿਹੜਾ ਜੋੜਾ ਹੈ, ਤੁਸੀਂ ਕਿਉਂ ਜੀ ਇਹ ਸਮਾਨਾਰਥੀ ਹੈ। ਜੇ ਇਹਦੇ 'ਚ ਪੁੱਛ ਲਏ ਤਾਂ ਇਹ ਹੈ ਜੀ ਸਾਡਾ ਵਿਪਰੀਤਾਰਥਕ ਜਾਂ ਵਿਰੋਧੀ, ਅਪੋਜਿਟ ਹੈ। ਸੋ ਦੇਖੋ ਦੋਸਤ ਮਿੱਤਰ, ਇਹ ਸਮਾਨਾਰਥੀ ਹੈ ਨਾ। ਦੋ ਜੋੜੇ ਹੈ, ਸਮਾਨਾਰਥੀ ਜੋੜੇ, ਹੈ ਨਾ, ਦੋਸਤ ਜਾਂ ਮਿੱਤਰ। ਸੋ ਇੱਕ ਕੱਛੂ ਕੁੰਮਾ ਸ਼ਬਦ ਵੀ ਹੁੰਦਾ ਹੈ ਨਾ। ਸੋ ਜਿਹੜਾ ਟੋਰਟੋਇਜ਼, ਕਛੂਆ। ਸੋ ਕੱਛੂ ਤੇ ਕੁੰਮਾ ਦੋਨੋਂ ਸਮਾਨਾਰਥੀ ਨੇ। ਸੋ ਕੱਛੂ ਕੁੰਮੇ ਨੂੰ ਕੱਛੂ ਵੀ ਕਹਿ ਸਕਦੇ ਹਾਂ ਤੇ ਕੁੰਮਾ ਵੀ। ਲੁਕ ਛਿਪ ਭਾਵ ਲੁਕ ਜਾਂ ਛਿਪ ਦੋਨੋਂ ਸਮਾਨਾਰਥੀ ਨੇ, ਲੁਕਣਾ ਤੇ ਛਿਪਣਾ। ਥੋ ਪਤਾ ਐਡਰੈਸ ਜਿਹੜਾ ਹੁੰਦਾ ਉਹ ਥੋ ਵੀ ਕਹਿ ਦਿੰਦੇ ਆਪਾਂ ਨੂੰ। ਠੰਡਾ ਸੀਤ, ਹੈ ਨਾ, ਕਾਲਾ ਸਿਆਹ, ਦੇਖਭਾਲ। ਸੋ ਇਹ ਜਿਹੜੇ ਇਹ ਸਮਾਨਾਰਥੀ ਸ਼ਬਦ ਨੇ ਇੱਕ ਦੂਜੇ ਦੇ, ਤੇ ਸਮਾਸੀ ਸ਼ਬਦਾਂ ਦੇ ਰੂਪ ਵਿੱਚ ਇਹ ਜੋੜੇ ਬਣਾਏ ਗਏ ਨੇ। ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਸਮਾਨਾਰਥੀ ਜੋੜੇ। ਇਸ ਤਰ੍ਹਾਂ ਵੀ ਪੁੱਛ ਲਿਆ ਜਾਂਦਾ ਹੈ। ਮੰਨ ਲਓ ਆਪ ਦੇ ਕੇ ਪ੍ਰਸ਼ਨ ਪੁੱਛ ਲੈ ਕਿ ਦੇਖਭਾਲ ਕੀ ਹੈ, ਥੱਲੇ ਆਪਸ਼ਨ ਦੇ ਦੇਵੇ ਕਿ ਸਮਾਨਾਰਥੀ ਹਨ, ਵਿਪਰੀਤਾਰਥਕ ਹਨ, ਨਾ ਮੂਲਕ ਹਨ, ਜੋ ਵੀ ਪੁੱਛਣਾ ਅੱਗੇ, ਹੈ ਨਾ। ਸੋ ਤੁਸੀਂ ਕਿਉਂ ਜੀ ਇਹ ਸਾਡੇ ਸਮਾਨਾਰਥੀ ਨੇ। ਹੁਣ ਦੇਖੋ ਵਿਪਰੀਤਾਰਥਕ ਭਾਵ ਵਿਰੋਧੀ। ਖਰਾ ਖੋਟਾ, ਖਰੇ ਦਾ ਵਿਰੋਧੀ ਖੋਟਾ ਹੁੰਦਾ ਹੈ ਨਾ। ਬੁਰਾ ਭਲਾ, ਚੰਗਾ ਮੰਦਾ, ਵੱਡਾ ਛੋਟਾ, ਦੁੱਖ ਸੁੱਖ, ਦਿਨ ਰਾਤ, ਲੈਣ ਦੇਣ। ਦਿਨ ਰਾਤ ਪੁੱਛਿਆ ਗਿਆ ਸੀ। ਸੋ ਇੱਕ ਸਧਾਰਨ ਜੇ ਮਤਲਬ ਪ੍ਰਸ਼ਨ ਪੁੱਛਣ ਦੇ ਤਰੀਕੇ ਦੀ ਗੱਲ ਕਰ ਰਿਹਾ ਮੈਂ। ਇਸ ਤਰ੍ਹਾਂ ਇੱਕ ਪ੍ਰਸ਼ਨ ਪੁੱਛਿਆ ਗਿਆ ਸੀ। ਸੋ ਮੈਂ ਸੋਚਿਆ ਕਿ ਜੋੜੇ ਜੋ ਹੋਰ ਵੀ ਆਪਣੇ ਜੋ ਹਨ ਵਿਪਰੀਤਾਰਥਕ ਤੇ ਸਮਾਨਾਰਥੀ, ਉਹ ਵੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰ ਲਈਏ। ਸੋ ਇਹ ਵੀ ਆਪਾਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀ ਹੈ ਗੱਲ।